Next example, example 10. Check whether fx equals to cos 3x is strictly decreasing on open interval 0 to pi by 2. यानी ਅਸੀਂ ਚੈੱਕ ਕਰਨਾ ਹੈ ਵੀ ਆ ਜਿਹੜਾ cos 3x ਫੰਕਸ਼ਨ ਹੈ ਇਹ ਇਸ ਇੰਟਰਵਲ ਦੇ ਵਿੱਚ ਸਟ੍ਰਿਕਟਲੀ ਡਿਕਰੀਜ਼ਿੰਗ ਹੈ ਜਾਂ ਨਹੀਂ ਹੈ। ਆ ਇੰਟਰਵਲ ਕੀ ਹੈ, x ਦੀਆਂ ਵੈਲਿਊਜ਼ ਹੈ, ਯਾਨੀ ਡੋਮੇਨ ਹੈ, ਦਾ ਡੋਮੇਨ ਦੇ ਵਿੱਚੋਂ ਲਿਆ ਹੋਇਆ, ਤਾਂ ਇਹਦਾ ਮਤਲਬ x ਬਿਲੋਂਗਸ ਟੂ ਆ ਸਾਨੂੰ ਗਿਵਨ ਹੈ। ਇਹ ਤੋਂ ਪਹਿਲਾਂ ਅਸੀਂ 3x ਦੀ ਵੈਲਿਊ ਫਾਈਂਡ ਕਰਾਂਗੇ। ਪਹਿਲਾਂ ਵੀ ਅਸੀਂ ਇਹਦੇ ਨਾਲ ਦਾ ਕੁਐਸਚਨ ਕੀਤਾ ਹੈ ਵੀ cos, ਕਿਉਂਕਿ cos ਦੇ ਨਾਲ 3x ਹੈ ਤਾਂ ਸਾਨੂੰ 3x ਦੀਆਂ ਵੈਲਿਊਜ਼ ਚਾਹੀਦੀਆਂ ਹੋਣਗੀਆਂ, ਤਾਂ 3x ਬਿਲੋਂਗਸ ਟੂ ਕੀ ਹੋ ਜਾਏਗਾ, ਇਹਨੂੰ ਸਾਰੇ ਨੂੰ 3 ਨਾਲ ਮਲਟੀਪਲਾਈ ਕਰ ਦੇंगे ਤੇ ਹੋ ਜਾਊਗਾ 3 ਪਾਈ ਬਾਈ 2, 0 ਦਾ 0 ਹੀ ਲਓ। ਠੀਕ ਹੈ, ਤਾਂ ਗਿਵਨ ਫੰਕਸ਼ਨ ਕੀ ਹੈ, fx ਇਕੁਅਲਸ ਟੂ cos 3x where 3x ਬਿਲੋਂਗਸ ਟੂ 0 to 3 ਪਾਈ ਬਾਈ 2। ਠੀਕ ਹੈ, ਤਾਂ f dash x ਫਾਈਂਡ ਕਰਾਂਗੇ, ਡਿਫਰੈਂਸ਼ੀਏਟ ਕਰਾਂਗੇ ਇਹਨੂੰ, ਤਾਂ cos 3x ਦਾ ਡਿਫਰੈਂਸ਼ੀਏਸ਼ਨ ਹੋ ਜਾਊਗਾ ਪਹਿਲਾਂ sin 3x, ਫਿਰ 3x ਦਾ ਡਿਫਰੈਂਸ਼ੀਏਸ਼ਨ 3 ਤੇ cos 3x ਦਾ ਹੁੰਦਾ ਮਾਈਨਸ sin 3x, ਤਾਂ ਮਾਈਨਸ ਆਏਗਾ ਮੂਰੇ, ਮਾਈਨਸ sin 3x, ਫਿਰ 3x ਦਾ ਡਿਫਰੈਂਸ਼ੀਏਸ਼ਨ 3 ਆਏਗਾ। ਆਹ ਆਨਸਰ ਇਹਦਾ ਡਿਫਰੈਂਸ਼ੀਏਸ਼ਨ ਆ। ਹੁਣ ਅਸੀਂ ਦੇਖਣਾ ਹੈ ਵੀ f dash x ਕਿੱਥੇ ਪੋਜ਼ਿਟਿਵ ਹੈ ਕਿੱਥੇ ਨੈਗੇਟਿਵ ਹੈ। ਠੀਕ ਹੈ, ਤਾਂ ਉਹ ਡਿਪੈਂਡ ਕਰਦਾ ਸਾਈਨ ਦੀਆਂ ਵੈਲਿਊਜ਼ ਤੇ। ਪਹਿਲਾਂ ਸਾਈਨ ਦੀਆਂ ਵੈਲਿਊਜ਼ ਅਸੀਂ ਦੇਖੀਏ ਇਸ ਇੰਟਰਵਲ ਦੇ ਵਿੱਚ, ਇਸ ਓਪਨ ਇੰਟਰਵਲ ਦੇ ਵਿੱਚ ਉਹਦੀਆਂ ਵੈਲਿਊਜ਼ ਕਿੱਦਾਂ ਦੀਆਂ ਹੁੰਦੀਆਂ ਨੇ। ਤਾਂ ਅਸੀਂ ਜਾਣਦੇ ਹਾਂ ਆ 0 ਹੈ, ਆ ਪਾਈ ਬਾਈ 2 ਹੈ, ਆ ਪਾਈ ਹੈ, ਆ 3 ਪਾਈ ਬਾਈ 2। ਸਾਨੂੰ ਪਤਾ ਇੱਥੇ ਸਾਈਨ ਪੋਜ਼ਿਟਿਵ ਹੁੰਦਾ, ਫਸਟ ਕੁਆਡਰੈਂਟ 'ਚ ਵੀ, ਸੈਕੰਡ ਕੁਆਡਰੈਂਟ 'ਚ ਵੀ ਸਾਈਨ ਪੋਜ਼ਿਟਿਵ ਹੁੰਦਾ, ਥਰਡ ਕੁਆਡਰੈਂਟ 'ਚ ਸਾਈਨ ਜਿਹੜਾ ਉਹ ਨੈਗੇਟਿਵ। ਤਾਂ ਇੱਥੇ sin 3x ਪੋਜ਼ਿਟਿਵ, ਇੱਥੇ ਵੀ sin 3x ਪੋਜ਼ਿਟਿਵ, ਇੱਥੇ sin 3x ਜਿਹੜਾ ਨੈਗੇਟਿਵ ਹੈ। ਤਾਂ 0 to pi sin 3x ਪੋਜ਼ਿਟਿਵ ਹੈ। ਤਾਂ ਇੱਥੇ ਦੇਖਦੇ ਹਾਂ sin 3x is greater than 0 when 3x belongs to 0 to pi, and sin 3x will be negative, or you can say less than 0 when 3x belongs to pi to 3 pi by 2। ਠੀਕ ਹੈ ਜੀ, ਹੁਣ ਇਹਦੇ ਮੂਰੇ ਮਾਈਨਸ ਵੀ ਹੈ, ਤਾਂ ਮਾਈਨਸ ਸਾਈਨ ਲਾਉਣ ਨਾਲ ਕੀ ਹੋਏਗਾ, ਇਹ ਸਾਈਨ ਉਲਟ ਜਾਣਗੇ। ਮਾਈਨਸ sin 3x ਜਿੱਥੇ ਪੋਜ਼ਿਟਿਵ, ਜਿੱਥੇ sin 3x ਪੋਜ਼ਿਟਿਵ ਸੀਗਾ ਉੱਥੇ ਮਾਈਨਸ sin 3x ਕੀ ਹੋਏਗਾ, ਨੈਗੇਟਿਵ, ਕਿਉਂਕਿ ਪੋਜ਼ਿਟਿਵ ਦੇ ਮੂਹਰੇ ਜਦੋਂ ਅਸੀਂ ਮਾਈਨਸ ਲਾ ਦੇਂਗੇ ਤਾਂ ਨੈਗੇਟਿਵ ਹੋ ਜਾਣਾ। ਤਾਂ ਮਾਈਨਸ sin 3x will be less than 0 when 3x belongs to 0 to pi, and minus sin 3x will be greater than 0 when 3x belongs to pi to 3 pi। ਠੀਕ, ਇਸ ਨੂੰ ਅਸੀਂ 3 ਨਾਲ ਮਲਟੀਪਲਾਈ ਕਰੀਏ ਫਿਰ ਕੀ ਹੋਏਗਾ, ਕੋਈ ਫਰਕ ਨਹੀਂ ਪਏਗਾ ਕਿਉਂਕਿ ਨੈਗੇਟਿਵ ਸੀਗਾ ਇਹ, ਲੈਸ ਦੈਨ 0 ਸੀ, ਤਾਂ ਨੈਗੇਟਿਵ ਨੂੰ ਜੇ ਅਸੀਂ 3 ਨਾਲ ਮਲਟੀਪਲਾਈ ਕਰਾਂਗੇ ਤਾਂ ਨੈਗੇਟਿਵ ਹੀ ਰਹਿਣਾ ਹੈ। ਇਸੇ ਤਰ੍ਹਾਂ ਆਹ ਚੀਜ਼ ਇੱਥੇ ਪੋਜ਼ਿਟਿਵ ਸੀ, ਇਹਨੂੰ ਜਦੋਂ +3 ਨਾਲ ਮਲਟੀਪਲਾਈ ਕਰਾਂਗੇ ਤਾਂ ਪੋਜ਼ਿਟਿਵ ਨੂੰ 3 ਨਾਲ ਮਲਟੀਪਲਾਈ ਕਰਾਂਗੇ ਪੋਜ਼ਿਟਿਵ ਹੀ ਰਹਿਣਾ। ਤਾਂ ਆਹ ਚੀਜ਼ ਇੱਥੇ ਲੈਸ ਦੈਨ 0 ਸੀ, ਇੱਥੇ ਗ੍ਰੇਟਰ ਦੈਨ 0। ਤੇ ਆਹ ਕਾਹਦੀ ਵੈਲਿਊ ਹੈ, ਧਿਆਨ ਨਾਲ ਦੇਖੋ, f(x) ਦੀ ਵੈਲਿਊ ਹੈ, f dash x ਦੀ। ਤਾਂ f dash x ਇੱਥੇ ਨੈਗੇਟਿਵ ਹੈ, ਕਿੱਥੇ 0 to pi, ਤਾਂ ਜਿੱਥੇ ਸਾਈਨ ਪੋਜ਼ਿਟਿਵ ਸੀਗਾ ਉੱਥੇ f dash x ਦੀ ਜਿਹੜੀ ਵੈਲਿਊ ਹੈ ਉਹ ਨੈਗੇਟਿਵ, ਤੇ ਜਿੱਥੇ ਸਾਈਨ ਨੈਗੇਟਿਵ ਸੀ ਉੱਥੇ f dash x ਦੀ ਵੈਲਿਊ ਪੋਜ਼ਿਟਿਵ। ਠੀਕ ਹੈ ਜੀ, ਤਾਂ ਹੀ ਅਸੀਂ ਲਿਖਿਆ ਹੋਇਆ f dash x is less than 0 when 3x belongs to 0 to pi, and f dash x is greater than 0 when 3x belongs to pi to 3 pi by 2। ਇਹਦਾ ਮਤਲਬ fx is not strictly, ਹੁਣ ਜੇ ਸਾਰੇ ਦੀ ਗੱਲ ਕਰੀਏ ਅਸੀਂ 0 to 3 pi by 2, ਇਸ ਸਾਰੇ ਦੇ ਵਿੱਚ f dash x ਕਿਉਂਕਿ ਸਾਈਨ ਚੇਂਜ ਕਰ ਰਿਹਾ ਹੈ, ਅੱਧੇ ਥਾਂ ਤੇ ਜਿਹੜਾ ਹੈਗਾ f dash x ਨੈਗੇਟਿਵ ਹੈ, ਅੱਧੇ ਥਾਂ ਤੇ ਪੋਜ਼ਿਟਿਵ ਹੈ। ਠੀਕ ਹੈ ਕਿ ਨਹੀਂ, ਤਾਂ ਅਸੀਂ ਕੀ ਦੇਖਦੇ ਹਾਂ, ਕੀ ਕਹਾਂਗੇ ਫਿਰ ਵੀ ਇੰਨੀ ਜਗ੍ਹਾ ਤੇ 0 to pi ਤੱਕ ਤਾਂ ਇਹ ਹੈਗਾ ਸਟ੍ਰਿਕਟਲੀ ਡਿਕਰੀਜ਼ਿੰਗ, ਐਂਡ pi to 3 pi by 2 ਇਹ ਹੈਗਾ ਸਟ੍ਰਿਕਟਲੀ ਇਨਕਰੀਜ਼ਿੰਗ। ਤਾਂ ਅਸੀਂ ਇਹ ਕਹਾਂਗੇ, ਅਸੀਂ ਇਹ ਨਹੀਂ ਕਹਿ ਸਕਦੇ ਇਹਦਾ ਮਤਲਬ 0 to 3 pi by 2 ਇਹ ਸਟ੍ਰਿਕਟਲੀ ਡਿਕਰੀਜ਼ਿੰਗ ਨਹੀਂ ਕਹਿ ਸਕਦੇ, ਇੰਨੇ ਤਾਂ ਸਟ੍ਰਿਕਟਲੀ ਡਿਕਰੀਜ਼ਿੰਗ ਹੈਗਾ, ਅੱਗੇ ਸਟ੍ਰਿਕਟਲੀ ਇਨਕਰੀਜ਼ਿੰਗ ਹੋਵੇ। ਅਸੀਂ ਕਹਾਂਗੇ fx is not strictly decreasing when 3x belongs to 0 to 3 pi by 2। ਹੁਣ ਇਹ ਤਾਂ ਹੈ ਕਿ 3x ਦੀ ਵੈਲਿਊ, ਤਾਂ x ਦੀ ਵੈਲਿਊ ਕੱਢਣ ਵਾਸਤੇ ਕੀ ਕਰਾਂਗੇ, 3 ਨਾਲ ਡਿਵਾਈਡ ਕਰ ਦੇंगे ਤਾਂ ਹੋ ਜਾਊਗਾ 0 to pi by 2। ਤਾਂ ਇਹਦਾ ਮਤਲਬ fx is not strictly decreasing when x belongs to 0 to pi by 2। ਇਹੀ ਅਸੀਂ ਦੱਸਣਾ ਸੀਗਾ, ਤੇ ਤੁਸੀਂ ਇੱਥੇ ਗ੍ਰਾਫ ਦੇ ਵਿੱਚ ਵੀ ਚੈੱਕ ਕਰ ਸਕਦੇ ਹੋ। ਆ ਇਹਦੀ x ਦੀ ਵੈਲਿਊ 0 ਹੈ, ਆ pi by 2 ਹੈ, ਤਾਂ ਇਹਦੇ 'ਚ ਅੱਧੀ ਥਾਂ ਤੇ ਇਹ ਡਿਕਰੀਜ਼ਿੰਗ ਹੈ, ਅੱਧੀ ਥਾਂ ਤੇ ਇਨਕਰੀਜ਼ਿੰਗ ਹੈ, ਤਾਂ ਹੀ ਅਸੀਂ ਇਹਨੂੰ ਕਹਿਤਾ
it is not strictly decreasing when x belongs to 0 to pi by 2 n जगह पे strictly decreasing नहीं हैगा ये यही ਅਸੀਂ प्रूव ਕੀਤਾ। नेक्स्ट अपने को एग्जांपल 11 show that y equals to log 1 plus x minus 2x upon 2 plus x where x is greater than minus 1 is an increasing function of x throughout its domain। ਇਹਦੇ 'ਚ ਇੱਕ ਦੋ ਚੀਜ਼ਾਂ ਅਸੀਂ ਪਹਿਲਾਂ ਗੌਰ ਕਰ ਲਈਏ। ਇਹਦੇ ਵਿੱਚ ਅਸੀਂ ਇਨਕਰੀਜ਼ਿੰਗ ਫੰਕਸ਼ਨ ਪ੍ਰੂਵ ਕਰਨਾ ਹੈ, ਸਟ੍ਰਿਕਟਲੀ ਇਨਕਰੀਜ਼ਿੰਗ ਨਹੀਂ ਪ੍ਰੂਵ ਕਰਨਾ। ਇੱਕ ਤਾਂ ਇਹ ਗੱਲ। ਦੂਸਰੀ ਦਿੱਤੀ ਹੋਈ ਹੈ ਵੀ x is greater than minus 1। ਤਾਂ ਤੁਹਾਨੂੰ ਪਹਿਲਾਂ ਆਪਾਂ ਗੱਲ ਕਰੀ ਸੀ ਸ਼ੁਰੂ 'ਚ ਵੀ x ਦੀਆਂ ਵੈਲਿਊਜ਼ ਕੀ ਹੁੰਦੀਆਂ ਨੇ, ਡੋਮੇਨ ਹੁੰਦੀਆਂ, ਤੇ ਆਹੀ ਇਹਦਾ ਡੋਮੇਨ ਹੈ, x is greater than minus 1। ਤਾਂ ਇੱਥੋਂ ਹੀ ਅਸੀਂ ਗੱਲ ਸ਼ੁਰੂ ਕਰਦੇ ਹਾਂ ਵੀ ਕਿ x is greater than minus 1 ਇਹਦਾ ਮਤਲਬ x ਦੀਆਂ ਵੈਲਿਊਜ਼ ਕੀ ਹੋ ਸਕਦੀਆਂ, -1 ਤੋਂ ਲੈ ਕੇ ਅੱਗੇ ਇਨਫਿਨਿਟੀ ਤੱਕ। ਇਹਦਾ ਮਤਲਬ ਇਹਦਾ ਡੋਮੇਨ ਕੀ ਬਣਿਆ, -1 to infinity। ਤਾਂ ਅਸੀਂ ਹੁਣ ਪ੍ਰੂਵ ਕਰਨਾ ਵੀ ਆਹ ਜਿਹੜਾ ਫੰਕਸ਼ਨ ਹੈ y ਇਹ ਇਸ ਇੰਟਰਵਲ ਦੇ ਵਿੱਚ ਇਨਕਰੀਜ਼ਿੰਗ ਫੰਕਸ਼ਨ ਹੈ। ਠੀਕ ਹੈ, ਤਾਂ ਸਾਨੂੰ y ਜੋ ਫੰਕਸ਼ਨ ਗਿਵਨ ਸੀ ਉਹ ਅਸੀਂ ਨੋਟ ਕਰ ਲਿਆ। ਇਸ ਤੋਂ ਬਾਅਦ ਇਹਨੂੰ ਡਿਫਰੈਂਸ਼ੀਏਟ ਕਰਦਾ dy by dx ਕੀ ਹੋਏਗਾ 1 upon 1 plus x ਤੇ 1 plus x ਦਾ ਡਿਫਰੈਂਸ਼ੀਏਸ਼ਨ 1 ਹੋ ਜਾਏਗਾ। ਇੱਥੇ u by v ਫਾਰਮੂਲਾ ਲੱਗੂਗਾ, ਤਾਂ ਪਹਿਲਾਂ v ਦਾ ਸਕੁਆਇਰ ਹੇਠਾਂ ਉੱਪਰ u ਦਾ ਡਿਫਰੈਂਸ਼ੀਏਸ਼ਨ ਕਰਾਂਗੇ ਤੇ v ਨੂੰ ਅਸੀਂ ਉਸੇ ਤਰ੍ਹਾਂ ਲਿਖ ਲਾਂਗੇ v into ਡਿਫਰੈਂਸ਼ੀਏਸ਼ਨ ਆਫ u ਕੀ ਹੈ 2x ਸੀਗਾ ਦਾ ਡਿਫਰੈਂਸ਼ੀਏਸ਼ਨ 2 ਆ ਜੂਗਾ ਮਾਈਨਸ u ਉਸੇ ਤਰ੍ਹਾਂ ਲਿਖ ਲਿਆ, ਇਹਦਾ ਡਿਫਰੈਂਸ਼ੀਏਸ਼ਨ ਕਰਤਾ, ਇਹਦਾ ਕੀ ਆਏਗਾ 0 plus 1 ਯਾਨੀ 1 ਆ ਜੂਗਾ। ठीक है ना, आ चीज़ बन गई। तो ब्रैकेट्स असीं ओपन करांगे, आ जाऊगा 4 ਇਹਦਾ ਮਲਟੀਪलाई होगा 2x ਤੇ -2x। ਹੁਣ ਇੱਥੇ ਕੀ ਹੈ 2x ਪੋਜ਼ਿਟਿਵ 2x ਨੈਗੇਟਿਵ ਆਪਸ ਚ ਕੈਂਸਲ ਹੋ ਗਿਆ, ਤਾਂ ਕੀ ਬਚਿਆ 4/y। ਠੀਕ ਹੈ, ਹੁਣ ਇਹਨਾਂ ਨੂੰ ਮਾਈਨਸ ਕਰਨਾ ਸੀ, ਮਾਈਨਸ ਕਰਨ ਵਾਸਤੇ ਕੀ ਹੈ ਐਲਸੀਐਮ ਲੈਣਾ ਪਏਗਾ, ਤਾਂ ਹੇਠਾਂ ਐਲਸੀਐਮ ਲਿਖ ਲਓ। ਆ ਚੀਜ਼ ਇੱਧਰ ਜਾ ਕੇ ਮਲਟੀਪलाई ਹੋ ਜਾਊਗੀ, ਆ ਇੱਧਰ ਜਾ ਕੇ ਮਲਟੀਪलाई ਹੋ ਜਾਊਗੀ, ਤਾਂ 1 into ਆ ਹੋ ਗਿਆ ਤੇ 4 into ਆ। ਹੁਣ ਬ੍ਰੈਕਟਸ ਓਪਨ ਕਰਾਂਗੇ, ਆ ਤਾਂ a plus b ਹੋਲ ਸਕੁਆਇਰ ਇਹਨੂੰ ਖੋਲ ਦਿਓ, a ਸਕੁਆਇਰ plus 2ab plus b ਸਕੁਆਇਰ -4 ਦਾ ਇਹਦਾ ਨਾਲ ਮਲਟੀਪਲਾਈ ਕਰਨਾ, -4 ਦਾ 1 ਨਾਲ ਮਲਟੀਪਲਾਈ ਕਰਿਆ -1 -4 ਐਂਡ -4 ਦਾ x ਨਾਲ ਮਲਟੀਪਲਾਈ -2। ਇਹਦੇ 'ਚ ਵੀ ਹੁਣ ਦੇਖੋ 4x ਪਲੱਸ ਦਾ 4x ਮਾਈਨਸ ਦਾ 4 ਮਾਈਨਸ ਦਾ 4 ਪਲੱਸ ਦਾ ਇਹ ਆਪਸ 'ਚ ਕੈਂਸਲ ਹੋ ਗਿਆ, ਬਚਿਆ ਕਿ x ਸਕੁਆਇਰ ਪਾਉਣਾ। ਠੀਕ ਹੈ ਜੀ। ਹੁਣ ਕ੍ਰਿਟੀਕਲ ਪੁਆਇੰਟ ਫਾਈਂਡ ਕਰਨ ਵਾਸਤੇ ਅਸੀਂ ਕੀ ਕਰਦੇ ਹੁੰਦੇ ਹਾਂ, f' ਫਾਈਂਡ ਕਰਦਾ ਹਾਂ =0। ਹੁਣ ਇੱਥੇ ਕਿਉਂਕਿ y ਹੈ ਤਾਂ y dy by dx =0 ਪੁੱਟ ਕਰਨਾ, ਦੈਨ 0 ਪੁੱਟ ਕਰਾਂਗੇ ਤਾਂ ਇਹਦੀ ਵੈਲਿਊ ਪੁੱਟ ਕਰਤੀ x² upon 1 plus x 2 plus x whole square = 0। ਜਦੋਂ ਇਹ =0 ਹੈ ਤਾਂ ਇਟ ਮੀਨਸ ਇਹਦਾ ਨਿਊਮਰੇਟਰ =0। ਠੀਕ ਹੈ ਨਾ, ਤਾਂ x ਦੀ ਵੈਲਿਊ ਕਿੰਨੀ ਆ ਗਈ 0। ਆ ਸਾਡਾ ਕ੍ਰਿਟੀਕਲ ਪੁਆਇੰਟ ਹੈ। ਹੁਣ ਅਸੀਂ ਚੈੱਕ ਕਰਨਾ ਚਾਹੁੰਦੇ ਹਾਂ ਵੀ dy by dx ਦੀ ਵੈਲਿਊ ਕਿਸ ਤਰ੍ਹਾਂ ਦੀ ਹੋਏਗੀ, ਪੋਜ਼ਿਟਿਵ ਨੈਗੇਟਿਵ, ਕਿੱਥੇ ਪੋਜ਼ਿਟਿਵ ਕਿੱਥੇ ਨੈਗੇਟਿਵ ਹੋਏਗੀ। ਹੁਣ ਜਿਹੜੀ ਸਾਨੂੰ ਚੀਜ਼ ਗਿਵਨ ਸੀ, ਡੋਮੇਨ ਦਿੱਤਾ ਸੀ, ਉਹ ਕੀ ਸੀਗਾ x is greater than -1। ਇਹ -1 ਨੂੰ ਅਸੀਂ ਉੱਧਰ ਲੈ ਜਾਈਏ ਤਾਂ x plus 1 is greater than 0 ਹੋ ਜਾਏਗਾ, ਤੇ x plus 1 x plus ਇਹਦਾ ਮਤਲਬ x plus 2 ਵੀ greater than 0 ਹੋਏਗਾ। ਕਿਉਂ ਹੋਏਗਾ, ਕਿਉਂਕਿ x plus 2 ਕੀ ਹੈ, ਇਹਦੇ ਤੋਂ ਇੱਕ ਜ਼ਿਆਦਾ। ਜਦੋਂ ਇਹ greater than 0 ਹੈ ਤਾਂ ਆ ਵੀ ਉਹ ਤੋਂ greater than 0 ਹੀ ਹੋਏਗਾ। ਠੀਕ ਹੈ, ਤਾਂ ਆ ਵੀ ਪੋਜ਼ਿਟਿਵ ਆ ਵੀ ਪੋਜ਼ਿਟਿਵ। ਹੁਣ ਪੋਜ਼ਿਟਿਵ ਇੰਟੂ ਪੋਜ਼ਿਟਿਵ ਦਾ ਸਕੁਆਇਰ ਪੋਜ਼ਿਟਿਵ ਹੀ ਹੋ ਗਿਆ ਸਾਰਾ, ਇਹਦਾ ਮਤਲਬ ਆ ਸਾਰੀ ਚੀਜ਼ ਪੋਜ਼ਿਟਿਵ ਹੋ ਗਈ, ਯਾਨੀ greater than 0। ਠੀਕ ਹੈ ਨਾ, ਹੁਣ ਇਹ 'ਚ ਦੇਖੋ dy by dx ਦੇ ਵਿੱਚ ਡਿਨੋਮੀਨੇਟਰ greater than 0 ਹੈ ਨਾ, ਤੇ x ਸਕੁਆਇਰ ਵੀ ਹਮੇਸ਼ਾ greater than 0 ਹੋਏਗਾ x ਦੀਆਂ ਨਾਨ ਜ਼ੀਰੋ ਵੈਲਿਊਜ਼ ਲਈ। x ਦੀ ਜਦੋਂ ਵੈਲਿਊ 0 ਹੋਏਗੀ ਉਦੋਂ ਇਹਦੀ ਵੈਲਿਊ 0 ਹੋ ਜਾਏਗੀ। ਜੇ x ਦੀ ਵੈਲਿਊ ਪੋਜ਼ਿਟਿਵ ਜਾਂ ਨੈਗੇਟਿਵ ਹੋਏਗੀ ਉਸ ਸਿਚੁਏਸ਼ਨ ਦੇ ਵਿੱਚ x ਸਕੁਆਇਰ ਨੇ ਹਮੇਸ਼ਾ greater than 0, ਕਿਉਂਕਿ ਸਕੁਆਇਰ ਹਮੇਸ਼ਾ ਪੋਜ਼ਿਟਿਵ ਹੁੰਦਾ। ਮਾਈਨਸ ਦਾ ਸਕੁਆਇਰ ਕਰੋਗੇ ਤਾਂ ਵੀ ਪੋਜ਼ਿਟਿਵ ਆਏਗਾ, ਪਲੱਸ ਦਾ ਸਕੁਆਇਰ ਕਰੋਗੇ ਤਾਂ ਵੀ। ਤਾਂ ਹੁਣ ਅਸੀਂ dy by dx ਦੇ ਵਿੱਚ ਚੈੱਕ ਕਰੀਏ, ਜਦੋਂ x ਦੀ ਵੈਲਿਊ 0 ਹੋਏਗੀ ਉਦੋਂ dy by dx ਦੀ ਵੈਲਿਊ 0 ਹੋਏਗੀ। ਆਪਾਂ ਪਹਿਲੇ ਕਰੀਏ ਇਹ ਗੱਲ ਇੱਥੇ। ਉਹ ਤੋਂ ਬਿਨਾਂ ਬਾਕੀ ਸਾਰੇ ਥਾਵਾਂ ਤੇ ਜਦੋਂ x ਦੀ ਵੈਲਿਊ 0 ਤੋਂ ਛੋਟੀ ਹੈ ਜਾਂ 0 ਤੋਂ ਵੱਡੀ ਹੈ, ਹਰ ਇੱਕ ਕੰਡੀਸ਼ਨ ਦੇ ਵਿੱਚ ਇਹਨੇ ਪੋਜ਼ਿਟਿਵ ਹੋਣਾ, ਯਾਨੀ greater than 0 ਹੋਣਾ। ਤਾਂ ਇਹਦਾ ਅਸੀਂ ਡੋਮੇਨ ਲਾ ਲਿਆ ਇੱਥੇ, ਡੋਮੇਨ ਦੇ ਨਾਲ ਹੀ -1 to infinity ਇਹਦਾ ਡੋਮੇਨ ਹੈ।
ਇਹਦੇ ਵਿੱਚ 0 ਤੇ ਤਾਂ dy/dx ਦੀ ਵੈਲਿਊ 0 ਹੈ, ਜਦੋਂ 0 ਤੇ ਇਨਫਿਨਿਟੀ ਦੇ ਵਿਚਾਲੇ ਵੀ ਇਹਦੀ ਵੈਲਿਊ ਗ੍ਰੇਟਰ ਦੈਨ 0 ਹੈ, ਤੇ -1 ਤੇ 0 ਦੇ ਵਿਚਾਲੇ ਵੀ ਇਹਦੀ ਵੈਲਿਊ ਜਿਹੜੀ ਗ੍ਰੇਟਰ ਦੈਨ 0। ਤਾਂ ਇਹਨਾਂ ਸਾਰੇ ਗੱਲਬਾਤ ਤੋਂ ਅਸੀਂ ਕੀ ਸਮਝੇ? ਅਸੀਂ ਸਮਝੇ ਵੀ ਸੀ ਦੈਟ dy/dx is greater than 0 or equal to 0 throughout its domain। ਇਹਦੇ ਸਾਰੇ ਡੋਮੇਨ ਦੇ ਵਿੱਚ ਜਾਂ ਤਾਂ ਇਹ ਇਕੁਅਲ ਟੂ 0 ਜਾਂ ਗ੍ਰੇਟਰ ਦੈਨ 0। ਤਾਂ ਜਦੋਂ ਸਾਨੂੰ ਪਤਾ ਹੈ f' is greater than 0 ਹੁੰਦਾ ਹੈ, ਤਾਂ ਕੀ ਸਾਡੇ ਕੋਲੇ ਬਣਦਾ ਹੁੰਦਾ ਸੀ? ਯਾਦ ਹੈ ਤੁਹਾਨੂੰ? when f' is greater than equal to 0, ਇਹ ਕਿਹੜਾ ਫੰਕਸ਼ਨ ਹੋ ਜਾਂਦਾ ਸੀ ਫਿਰ? ਇਨਕਰੀਜ਼ਿੰਗ ਫੰਕਸ਼ਨ। ਠੀਕ ਹੈ ਨਾ? ਤਾਂ ਇਹ ਹੁਣ ਬਣ ਗਿਆ ਸਾਡਾ y is increasing function throughout its domain 0 to infinity। ਆਹੀ ਅਸੀਂ ਪ੍ਰੂਵ ਕਰਨਾ। ਹੁਣ ਇਹਦਾ ਗ੍ਰਾਫ ਵੀ ਤੁਹਾਡੇ ਸਾਹਮਣੇ ਬਣਾ ਕੇ ਰੱਖਿਆ ਹੋਇਆ, ਦੇਖ ਸਕਦੇ ਹੋ। ਆ ਇਹਦਾ ਗ੍ਰਾਫ ਹੈ, -1 ਤੋਂ ਅੱਗੇ ਇਹਦੀ ਵੈਲਿਊ ਸ਼ੁਰੂ ਹੁੰਦੀ ਹੈ, ਇੱਥੇ ਇਨਕਰੀਜ਼ਿੰਗ ਹੈ, ਇੱਥੇ ਆ ਕੇ ਇਹ ਪੈਰਲਲ ਟੂ x ਐਕਸਿਸ ਹੋ ਗਿਆ। ਠੀਕ ਹੈ ਨਾ? ਇੱਥੇ ਫਿਰ ਇਨਕਰੀਜ਼ਿੰਗ ਹੈ। ਇਹਦਾ ਮਤਲਬ ਇਹ ਜਿਹੜਾ ਗ੍ਰਾਫ, ਇਹ ਜਿਹੜਾ ਫੰਕਸ਼ਨ ਹੈ ਇਨਕਰੀਜ਼ਿੰਗ ਫੰਕਸ਼ਨ ਹੈ, ਨਾਟ ਸਟ੍ਰਿਕਟਲੀ ਇਨਕਰੀਜ਼ਿੰਗ। ਖਾਸ ਖਿਆਲ ਰੱਖਣਾ ਇਸ ਕੁਐਸਚਨ ਦੇ ਵਿੱਚ, ਸਟ੍ਰਿਕਟਲੀ ਇਨਕਰੀਜ਼ਿੰਗ ਨਹੀਂ ਹੈਗਾ, ਇਨਕਰੀਜ਼ਿੰਗ। ਇਹੀ ਅਸੀਂ ਪ੍ਰੂਵ ਕਰਨਾ ਸੀ। ਸਾਡਾ ਲਾਸਟ ਐਗਜ਼ਾਮਪਲ ਹੈ ਐਗਜ਼ਾਮਪਲ 12। ਫਾਈਂਡ ਦ ਲੀਸਟ ਵੈਲਿਊ ਆਫ a such that the function f(x) equals to x square plus ax plus 1 is strictly increasing on interval closed interval 1 to 2। ਠੀਕ ਹੈ, ਅਸੀਂ a ਦੀ ਉਹ ਘੱਟੋ ਘੱਟ ਵੈਲਿਊ, ਲੀਸਟ ਮਤਲਬ ਘੱਟੋ ਘੱਟ ਵੈਲਿਊ ਫਾਈਂਡ ਕਰਨੀ ਹੈ ਵੀ ਆਹ ਵਾਲਾ ਜਿਹੜਾ ਫੰਕਸ਼ਨ ਹੈ ਇਸ ਇੰਟਰਵਲ ਦੇ ਵਿੱਚ ਸਟ੍ਰਿਕਟਲੀ ਇਨਕਰੀਜ਼ਿੰਗ ਹੋ ਜਾਵੇ। ਇਸ ਫੰਕਸ਼ਨ ਨੂੰ ਅਸੀਂ ਨੋਟ ਕਰ ਲਿਆ, ਲਿਖ ਲਿਆ। f' ਫਾਈਂਡ ਕਰਾਂਗੇ ਤਾਂ x ਸਕੁਆਇਰ ਦਾ ਡਿਫਰੈਂਸ਼ੀਏਸ਼ਨ 2x, ax ਦਾ ਡਿਫਰੈਂਸ਼ੀਏਸ਼ਨ x ਦਾ ਡਿਫਰੈਂਸ਼ੀਏਸ਼ਨ 1, a ਤਾਂ ਕਾਂਸਟੈਂਟ ਹੈ, ਤਾਂ 2x plus a ਹੋ ਗਿਆ, 1 ਦਾ ਡਿਫਰੈਂਸ਼ੀਏਸ਼ਨ 0 ਹੋ ਗਿਆ। ਤਾਂ ਕਿਉਂਕਿ ਉਹ ਪੁੱਛ ਰਿਹਾ ਹੈ f is increasing function ਹੋਣਾ ਚਾਹੀਦਾ ਹੈ, ਤਾਂ f increasing ਕਦੋਂ ਹੋਏਗਾ? ਜਦੋਂ f' 0 ਤੋਂ ਵੱਡਾ ਹੋਵੇ, ਗ੍ਰੇਟਰ ਦੈਨ 0 ਹੋਣਾ ਚਾਹੀਦਾ। ਹੁਣ x ਦੀਆਂ ਵੈਲਿਊ ਸਾਨੂੰ ਕਿੱਦਾਂ ਦੀਆਂ ਦਿੱਤੀਆਂ? x ਇਹਨਾਂ ਦੋ ਇਸ ਇੰਟਰਵਲ ਦੇ ਵਿੱਚ ਹੋਣਾ ਚਾਹੀਦਾ, ਯਾਨੀ x should be greater than equal to 1 and less than equal to 2। ਠੀਕ ਹੈ, ਸਾਨੂੰ ਕੀ ਬਣਾ? ਸਾਰੇ ਨੂੰ ਅਸੀਂ 2 ਨਾਲ ਮਲਟੀਪਲਾਈ ਕਰਤਾ, 1 ਦਾ 2 ਬਣ ਜਾਊਗਾ, 2 ਦਾ x ਨਾਲ ਮਲਟੀਪਲਾਈ 2x ਬਣ ਜਾਊਗਾ, 2 ਦਾ 2 ਨਾਲ ਮਲਟੀਪਲਾਈ 4 ਬਣ ਜਾਊਗਾ। ਸਾਰਿਆਂ ਦੇ ਵਿੱਚ a ਐਡ ਕਰ ਦਿਓ, 2 plus a ਹੋ ਜਾਊਗਾ, ਔਰ 2x plus a ਹੋ ਜਾਊਗਾ, ਔਰ 4 plus a ਹੋ ਜਾਊਗਾ। ਹੁਣ ਇਹ 'ਚ 2x plus a ਕੀ ਹੈ? ਇਹ f' ਦੀ ਵੈਲਿਊ ਹੈ, ਇਹਦਾ ਮਤਲਬ ਇਹਦੀ ਥਾਂ ਤੇ ਅਸੀਂ f' ਲਿਖ ਸਕਦੇ ਹਾਂ। ਤਾਂ f' ਕੀ ਹੈ? ਗ੍ਰੇਟਰ ਦੈਨ ਇਕੁਅਲ ਟੂ 2 plus a ਐਂਡ ਲੈਸ ਦੈਨ ਇਕੁਅਲ ਟੂ 4 plus a। ਪਰ f' ਹੈ ਉਹ 0 ਤੋਂ ਵੱਡਾ ਹੋਣਾ ਚਾਹੀਦਾ ਹੈ। ਤਾਂ f' ਦੀ ਛੋਟੀ ਤੋਂ ਛੋਟੀ ਵੈਲਿਊ ਕਿੰਨੀ ਹੋਣੀ ਚਾਹੀਦੀ ਹੈ? ਕਿੰਨੀ ਹੈਗੀ ਹੈ? 2 plus a। ਇਹਦਾ ਮਤਲਬ ਆਹ ਜਿਹੜੀ ਛੋਟੀ ਤੋਂ ਛੋਟੀ ਵੈਲਿਊ ਹੈ 0 ਤੋਂ ਵੱਡੀ ਹੋਣੀ ਚਾਹੀਦੀ ਹੈ, ਤਾਂ ਹੀ f' 0 ਤੋਂ ਵੱਡਾ ਹੋਊਗਾ। ਤਾਂ f' should be greater than 0, will be greater than 0 if 2 plus a is greater than 0। ਤਾਂ a ਨੂੰ ਤਾਂ ਸਥਿਰ ਰੱਖੋ, 2 ਨੂੰ ਉੱਧਰ ਲੈ ਜਾਓ, ਤਾਂ ਉੱਧਰ ਜਾ ਕੇ -2 ਹੋ ਜਾਊਗਾ। ਤਾਂ a should be greater than -2। ਠੀਕ ਹੈ, hence a equals to -2 is the required least value। ਤਾਂ ਆਹੀ ਸਾਡੀ a ਦੀ ਘੱਟੋ ਘੱਟ ਵੈਲਿਊ, ਲੀਸਟ ਵੈਲਿਊ ਹੈ ਜਿਹੜੀ ਅਸੀਂ ਫਾਈਂਡ ਕਰਨੀ। ਠੀਕ ਹੈ, ਇਹਦੇ ਨਾਲ ਹੀ ਇਸ ਟੌਪਿਕ ਦੇ ਇਨਕਰੀਜ਼ਿੰਗ ਐਂਡ ਡਿਕਰੀਜ਼ਿੰਗ ਫੰਕਸ਼ਨ ਦੇ ਜਿੰਨੇ ਮੁਸ਼ਕਲ ਐਗਜ਼ਾਮਪਲਸ ਤੇ ਕੁਐਸਚਨ ਸੀਗੇ ਉਹ ਮੈਂ ਤਕਰੀਬਨ ਕਰਤੇ ਸਾਰੇ। ਹੁਣ ਇਸ ਤੋਂ ਬਾਅਦ ਤੁਸੀਂ ਐਕਸਰਸਾਈਜ਼ 6.2 ਕੰਪਲੀਟ ਕਰ ਲੈਣੀ ਹੈ। ਐਕਸਰਸਾਈਜ਼ 6.2 ਤਾਂ ਇਹਦੇ ਨਾਲ ਰਿਲੇਟਡ ਕੋਈ ਵੀ ਸਮੱਸਿਆ, ਕੋਈ ਵੀ ਪ੍ਰੋਬਲਮ ਹੈ ਤਾਂ ਉਹ ਤੁਸੀਂ ਮੈਨੂੰ ਪੁੱਛ ਲੈਣੀ ਹੈ ਤੇ ਇਹਨੂੰ ਕੰਪਲੀਟ ਕਰ ਲਓ। ਬਾਕੀ ਬੋਰਡ ਐਗਜ਼ਾਮ ਦੇ ਵਿੱਚ ਜਿਹੜੇ ਕੁਐਸਚਨਸ ਆਏ ਹੋਏ ਨੇ ਰੈਫਰੈਂਸ ਬੁੱਕਸ ਦੇ ਵਿੱਚ ਉਹ ਵੀ ਕੰਪਲੀਟ ਕਰ ਲੈਣੇ। 6.2 ਜਿਹੜੀ ਹੈ NCERT ਦੀ ਹੈ, NCERT ਬੁੱਕ ਦੀ, ਤੇ ਇਹ ਤੋਂ ਬਿਨਾਂ ਬੋਰਡ ਐਗਜ਼ਾਮ ਦੇ ਵਿੱਚ ਆਏ ਹੋਏ ਰੈਫਰੈਂਸ ਬੁੱਕ ਜਿਹੜੀ ਤੁਹਾਡੇ ਕੋਲ ਕੋਈ ਹੈਗੀ ਹੈ ਉਹਦੇ ਚੋਂ ਕੰਪਲੀਟ ਕਰ ਲੈਣੇ ਕੁਐਸਚਨ। ਤੇ ਇਹਦੇ 'ਚ ਇੰਪੋਰਟੈਂਟ ਕੁਐਸਚਨਸ ਮੇਨ ਉਹੀ ਹੈ ਜਿਹਦੇ 'ਚ ਅਸੀਂ ਫਾਈਂਡ ਕੀਤੇ ਸੀਗੇ ਆਪਣਾ
find the interval where the function is increasing and decreasing, strictly increasing, strictly decreasing. क्वेश्चन सारा करता ਆਪਾਂ ਸਾਰੇ ਲੈਣੇ ਹੁੰਦੇ ਆ, ਬਟ ਉਹ ਵਾਲੇ ਮੋਸਟ ਇੰਪੋਰਟੈਂਟ ਕੁਐਸਚਨਸ ਆ, ਬਹੁਤ ਰਿਪੀਟ ਹੁੰਦੇ ਨੇ ਉਹ ਐਗਜ਼ਾਮ ਦੇ ਵਿੱਚ, ਬੋਰਡ ਐਗਜ਼ਾਮ ਦੇ ਵਿੱਚ। ਇਸੇ ਦੇ ਨਾਲ ਹੀ ਇਹ ਸਾਡਾ ਟੌਪਿਕ ਖਤਮ ਹੁੰਦਾ ਹੈ ਤੇ ਆਪਾਂ ਨੈਕਸਟ ਟੌਪਿਕ ਸ਼ੁਰੂ ਕਰਨਾ ਮੈਕਸਿਮਾ ਮਿਨੀਮਾ। ਓਕੇ, ਗੁੱਡ ਬਾਏ।